ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਚੈਨਲ ਤੇ ਮੈਂ ਆਂਚਲ ਚੱਟਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬ ਮੇਲ ਖਬਰਾਂ ਦੇ ਸਪਾਂਸਰ ਨੇ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ, ਰੀਅਲ ਏਸਟੇਟ ਦੀ ਦੁਨੀਆ ਦਾ ਮੰਨਿਆ ਪ੍ਰਮੰਨਿਆ ਨਾਂ। ਤੇ ਹੁਣ ਪੇਸ਼ ਨੇ 94 ਖਬਰਾਂ। ਅਮਰੀਕਾ 'ਚ ਵਾਇਰਸ ਦੇ ਵਾਧੇ ਨਾਲ ਬੇਰੁਜ਼ਗਾਰੀ ਕਲੇਮ ਦਾਅਵਿਆਂ ਵਿੱਚ ਵੀ ਹੋਇਆ ਭਾਰੀ ਵਾਧਾ। US ਸੈਨੇਟਰ ਕਰੂਜ਼ ਵੱਲੋਂ ਮਰਹੂਮ ਸਿੱਖ ਪੁਲਿਸ ਅਫਸਰ ਧਾਲੀਵਾਲ ਦੀ ਸ਼ਲਾਘਾ। ਡਿਊਟੀ ਦੌਰਾਨ ਹੋਈ ਸੀ ਹੱਤਿਆ। ਵੈਲਿੰਗਟਨ ਵਿੱਚ ਕਿਸਾਨਾਂ ਦੇ ਹੱਕ 'ਚ ਆਏ ਪੰਜਾਬੀ। ਭਾਰਤੀ ਹਾਈ ਕਮਿਸ਼ਨ ਨੂੰ ਕੇਰ ਮੋਦੀ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ। ਸੌਂਪਿਆ ਮੰਗ ਪੱਤਰ। ਅਮਰੀਕਾ 'ਚ ਜਲਦ ਸ਼ੁਰੂ ਹੋਵੇਗੀ ਫਾਈਜ਼ਰ ਵੈਕਸੀਨ ਦਾ ਐਮਰਜੈਂਸੀ ਇਸਤੇਮਾਲ। FDA ਨੇ ਦਿੱਤੀ ਮਨਜ਼ੂਰੀ। ਬਾਈਡਨ ਦੇ ਪੁੱਤਰ ਹੰਟਰ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ। ਮਾਈਕ ਪੋਂਪੀਓ ਨੇ ਕਿਹਾ ਚੀਨ ਨੂੰ ਸਭ ਤੋਂ ਵੱਡੀ ਤਾਕਤ ਬਣਾਉਣਾ ਚਾਹੁੰਦੇ ਹਨ ਜਿਨਪਿੰਗ। ਫੇਸਬੁੱਕ ਖਿਲਾਫ ਅਮਰੀਕਾ ਦੇ ਸਾਰੇ ਸੂਬਿਆਂ 'ਚ ਮੁਕੱਦਮੇ। ਛੋਟੀਆਂ ਕੰਪਨੀਆਂ ਨੂੰ ਗਲਤ ਨੀਤੀਆਂ ਨਾਲ ਖਤਮ ਕਰਨ ਦਾ ਦੋਸ਼। ਭਾਰਤੀ ਅਮਰੀਕੀ ਡੈਮੋਕ੍ਰੈਟਿਕ ਕੈਂਪੀ ਪ੍ਰਾਮਿਲਾ ਜੈਪਾਲ ਪ੍ਰੋਗਰੈਸਿਵ ਕਾਕਸ ਦੀ ਪ੍ਰਧਾਨ ਨਿਯੁਕਤ। ਕੈਨੇਡਾ ਨੇ ਫਾਈਜ਼ਰ ਤੇ ਬਾਇਓਐਨਟੇਕ ਵੈਕਸੀਨ ਨੂੰ ਦਿੱਤੀ ਮਨਜ਼ੂਰੀ। ਆਮ ਲੋਕਾਂ ਲਈ ਹੋਈ ਉਪਲਬਧ। ਕੋਰੋਨਾ ਵਾਇਰਸ ਦਾ ਟੀਕਾ ਜਨਤਕ ਤੌਰ ਤੇ ਲਗਵਾਵਾਂਗਾ ਗੁਟੇਰੇਸ। ਵਿਸ਼ਵ ਬੈਂਕ ਵੱਲੋਂ ਪਾਕ ਨੂੰ 30 ਕਰੋੜ ਅਮਰੀਕੀ ਡਾਲਰ ਕਰਜ਼ ਦੀ ਪ੍ਰਵਾਨਗੀ। ਤੇ ਹੁਣ ਪੇਸ਼ ਨੇ ਖਬਰਾਂ ਵਿਸਤਾਰ ਨਾਲ। ਦੇਸ਼ ਵਿੱਚ ਵਾਇਰਸ ਦੀ ਲਾਗ ਦੇ ਵਿੱਚ ਹੋ ਰਹੇ ਭਾਰੀ ਵਾਧੇ ਨਾਲ ਜਾਰੀ ਹੋ ਰਹੀਆਂ ਪਾਬੰਦੀਆਂ ਕਾਰਨ ਕਈ ਕਾਰੋਬਾਰ ਬੰਦ ਹੋ ਰਹੇ ਹਨ। ਇਸ ਸਥਿਤੀ ਤੇ ਪੈਦਾ ਹੋਣ ਕਾਰਨ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਗਏ ਹਨ। ਆਪਣੇ ਕੰਮਾਂ ਨੂੰ ਗਵਾ ਚੁੱਕੇ ਲੋਕਾਂ ਨੇ ਪਿਛਲੇ ਹਫ਼ਤੇ ਬੇਰੁਜ਼ਗਾਰੀ ਦੀ ਸਹਾਇਤਾ ਲਈ ਦਰਖਾਸਤ ਦੇਣ ਦੀ ਗਿਣਤੀ ਵਿੱਚ ਭਾਰੀ ਵਾਧਾ ਕੀਤਾ ਹੈ। ਅੰਕੜਿਆਂ ਅਨੁਸਾਰ ਇਸ ਹਫ਼ਤੇ ਸਹਾਇਤਾ ਰਾਸ਼ੀ ਦੀ ਬੇਨਤੀ ਕਰਨ ਵਾਲੇ ਲੋਕਾਂ ਦੀ ਗਿਣਤੀ 8,53,000 ਹੋ ਗਈ ਹੈ। ਕਿਰਤ ਵਿਭਾਗ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਜ਼ੀਆਂ ਦੀ ਗਿਣਤੀ ਪਿਛਲੇ ਹਫ਼ਤੇ ਤੋਂ 7,16,000 ਤੋਂ ਵੱਧ ਗਈ ਹੈ। ਮਾਰਚ ਵਿੱਚ ਕੋਰੋਨਾ ਵਾਇਰਸ ਦੁਆਰਾ ਆਰਥਿਕਤਾ ਨੂੰ ਮੱਠਾ ਕਰਨ ਤੋਂ ਪਹਿਲਾਂ ਹਫ਼ਤਾਵਾਰੀ ਬੇਰੁਜ਼ਗਾਰੀ ਦੇ ਦਾਅਵਿਆਂ ਦੀ ਗਿਣਤੀ ਸਿਰਫ 2,25,000 ਸੀ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜ਼ਿਆਦਾਤਰ ਗਾਹਕਾਂ ਨੇ ਛੁੱਟੀਆਂ ਦੀ ਖਰੀਦਦਾਰੀ ਅਤੇ ਹੋਰ ਗਤੀਵਿਧੀਆਂ ਤੇ ਇੰਨਾ ਖਰਚ ਨਹੀਂ ਕੀਤਾ, ਜਦਕਿ ਨਵੰਬਰ ਵਿੱਚ ਮਾਲਕਾਂ ਨੇ ਵੀ ਅਪ੍ਰੈਲ ਤੋਂ ਬਾਅਦ ਬਹੁਤ ਘੱਟ ਲੋਕਾਂ ਨੂੰ ਨੌਕਰੀਆਂ ਦਿੱਤੀਆਂ। ਹਾਲਾਂਕਿ ਕਈ ਰੈਸਟੋਰੈਂਟਾਂ, ਬਾਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੇ ਪਿਛਲੇ ਮਹੀਨੇ ਜ਼ਿੰਦਗੀ ਨੌਕਰੀਆਂ ਦੀ ਛਾਂਟੀ ਕੀਤੀ ਹੈ। ਇਸ ਦੇ ਨਾਲ ਹੀ ਅੰਕੜਿਆਂ ਅਨੁਸਾਰ ਸਰਕਾਰ ਦੁਆਰਾ ਦਿੱਤੀ ਗਈ ਬੇਰੁਜ਼ਗਾਰੀ ਸਹਾਇਤਾ ਪ੍ਰਾਪਤ ਕਰ ਰਹੇ ਲੋਕਾਂ ਦੀ ਕੁੱਲ ਸੰਖਿਆ 3 ਮਹੀਨਿਆਂ ਵਿੱਚ ਪਹਿਲੀ ਵਾਰ 5.5 ਤੋਂ ਵੱਧ ਕੇ 5.8 ਮਿਲੀਅਨ ਹੋ ਗਈ ਹੈ। ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ, ਜਿਸ ਦੀ 1 ਸਾਲ ਪਹਿਲਾਂ ਹਿਊਸਟਨ ਵਿੱਚ ਰੂਟੀਨ ਦੇ ਟ੍ਰੈਫਿਕ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਦੀ ਚੋਟੀ ਦੇ US ਸੈਨੇਟਰ ਕਰੂਜ਼ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਕ ਨਾਇਕ ਅਤੇ ਇੱਕ ਰਾਹ ਦਸੇਰਾ ਸੀ, ਜਿਸ ਦੀ ਆਪਣੇ ਧਰਮ ਪ੍ਰਤੀ ਵਚਨਬੱਧਤਾ ਸਿੱਖ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀ ਪੀੜ੍ਹੀਆਂ ਨੂੰ ਕਾਨੂੰਨ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ। ਸੈਨੇਟਰ ਟੈਡ ਕਰੂਜ਼ ਦੀ ਇਹ ਟਿੱਪਣੀ ਅਮਰੀਕੀ ਸੈਨੇਟ ਵੱਲੋਂ ਸਰਬਸੰਮਤੀ ਨਾਲ ਹਿਊਸਟਨ ਵਿੱਚ ਇੱਕ ਡਾਕਘਰ ਦਾ ਨਾਮ ਸੰਦੀਪ ਸਿੰਘ ਧਾਲੀਵਾਲ ਦੇ ਨਾਂ ਤੇ ਰੱਖਣ ਦਾ ਇੱਕ ਮਤਾ ਪਾਸ ਕਰਨ ਦੌਰਾਨ ਆਈ ਹੈ। ਟੈਕਸਾਸ ਦੇ ਅਮਰੀਕੀ ਸੈਨੇਟਰ ਕਰੂਜ਼ ਨੇ ਕਿਹਾ ਕਿ ਧਾਲੀਵਾਲ ਨੇ ਕਾਨੂੰਨ ਲਾਗੂ ਕਰਨ ਵਾਲੇ ਭਾਈਚਾਰੇ ਦੀ ਡੂੰਘੀ ਵਿਰਾਸਤ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਧਾਲੀਵਾਲ ਵੀ ਆਪਣੇ ਧਰਮ ਪ੍ਰਤੀ ਵਚਨਬੱਧਤਾ ਸਿੱਖ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀਆਂ ਪੀੜ੍ਹੀਆਂ ਨੂੰ ਕਾਨੂੰਨ ਲਾਗੂ ਕਰਨ ਅਤੇ ਸਾਡੇ ਭਾਈਚਾਰਿਆਂ ਦੀ ਰਾਖੀ ਲਈ ਪ੍ਰੇਰਿਤ ਕਰੇਗੀ। ਦੱਸਣਯੋਗ ਹੈ ਕਿ 27 ਸਤੰਬਰ 2019 ਨੂੰ 42 ਸਾਲਾ ਪੁਲਿਸ ਅਫਸਰ ਧਾਲੀਵਾਲ ਆਪਣੇ ਭਾਈਚਾਰੇ ਦੀ ਸੇਵਾ ਦੀ ਡਿਊਟੀ ਵਿੱਚ ਮਾਰਿਆ ਗਿਆ ਸੀ। ਆਪਣੀ ਟਿੱਪਣੀ ਵਿੱਚ ਕਰੂਜ਼ ਨੇ ਧਾਲੀਵਾਲ ਦੀ ਪਿਆਰ ਅਤੇ ਸ਼ਾਂਤੀ ਪ੍ਰਤੀ ਵਚਨਬੱਧਤਾ ਨੂੰ ਵੀ ਯਾਦ ਕੀਤਾ। ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਪਹਿਲੇ ਸਿੱਖ ਪੁਲਿਸ ਅਧਿਕਾਰੀ ਸੀ ਜਿਸ ਨੂੰ ਡਿਊਟੀ ਦੌਰਾਨ ਦਸਤਾਰ ਬੰਨ੍ਹਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਮਿਲੀ ਸੀ। ਸੰਦੀਪ ਹੈਰਿਸ ਕਾਉਂਟੀ ਟੈਕਸਾਸ ਵਿੱਚ ਸਥਾਨਕ ਪੁਲਿਸ ਏਜੰਸੀ ਸ਼ੈਰਿਫ ਵਿਖੇ ਡਿਪਟੀ ਪੁਲਿਸ ਅਧਿਕਾਰੀ ਸੀ। ਉਹ ਆਪਣੀ ਰੋਜ਼ਾਨਾ ਡਿਊਟੀ ਦੌਰਾਨ ਵਾਹਨਾਂ ਦੀ ਜਾਂਚ ਕਰ ਰਹੇ ਸੀ। ਇਸ ਦੌਰਾਨ ਉਸ ਨੂੰ ਇੱਕ ਵਿਅਕਤੀ ਰਾਬਰਟ ਸੋਲਿਸ ਨੇ ਪਿੱਛੇ ਤੋਂ ਗੋਲੀ ਮਾਰ ਦਿੱਤੀ ਸੀ। ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਿੱਥੇ ਪੰਜਾਬ ਸਣੇ ਦੇਸ਼ ਭਰ ਦੇ ਕਿਸਾਨ ਕੌਮੀ ਰਾਜਧਾਨੀ ਦੇ ਬਾਰਡਰਾਂ ਤੇ ਅੰਦੋਲਨ ਲਈ ਡਟੇ ਹੋਏ ਹਨ, ਉੱਥੇ ਹੀ ਵਿਦੇਸ਼ਾਂ ਤੋਂ ਵੀ ਉਹਨਾਂ ਨੂੰ ਸਮਰਥਨ ਮਿਲ ਰਿਹਾ ਹੈ। ਕੇਂਦਰ ਦੇ ਅੜੀਅਲ ਵਤੀਰੇ ਕਾਰਨ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਵਿੱਚ ਵੀ ਮੋਦੀ ਸਰਕਾਰ ਲਈ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਿਸਾਨਾਂ ਦੇ ਹੱਕ ਵਿੱਚ ਅੱਗੇ ਆਏ ਪੰਜਾਬੀਆਂ ਨੇ ਰਾਜਧਾਨੀ ਵੈਲਿੰਗਟਨ ਵਿੱਚ ਰੋਸ ਮੁਜ਼ਾਹਰਾ ਕੀਤਾ ਅਤੇ ਭਾਰਤੀ ਹਾਈ ਕਮਿਸ਼ਨ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ।
ਜਿਸ ਵਿੱਚ ਭਾਰਤ ਸਰਕਾਰ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ। ਉੱਥੇ ਹੀ ਨਿਊਜ਼ੀਲੈਂਡ ਦੇ ਭਾਰਤੀ ਭਾਈਚਾਰੇ ਨੇ ਬੀਤੇ ਬੁੱਧਵਾਰ ਵੀ ਵੈਲਿੰਗਟਨ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਰੋਸ ਮਾਰਚ ਕੀਤਾ ਸੀ। ਪਾਰਲੀਮੈਂਟ ਗਰਾਊਂਡ ਵਿੱਚ ਲਗਭਗ 12 ਵਜੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਤੋਂ ਇਲਾਵਾ ਗੁਰਦੁਆਰਾ ਸਾਹਿਬ ਵੈਲਿੰਗਟਨ ਅਤੇ ਹੋਰ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਮੈਂਬਰ, ਕਮਿਊਨਿਟੀ ਆਗੂ ਅਤੇ ਬਹੁਤ ਸਾਰੇ ਪੰਜਾਬੀ ਆਕਲੈਂਡ, ਟੋਰੰਗਾ, ਟਿਪੋਕੀ, ਕ੍ਰਾਈਸਟ ਚਰਚ ਅਤੇ ਹੋਰ ਕਈ ਸ਼ਹਿਰਾਂ ਤੋਂ ਇਕੱਠੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨਾਲ ਭਾਰਤੀ ਮੂਲ ਦੇ ਸੰਸਦ ਮੈਂਬਰ ਡਾਕਟਰ ਗੌਰਵ ਸ਼ਰਮਾ ਅਤੇ ਟਾਕਾਨੀਨੀ ਤੋਂ MP ਡਾਕਟਰ ਨੀਰੂ ਲੇਵਾਸਾ ਨੇ ਗੱਲਬਾਤ ਕੀਤੀ। ਐਕਟ ਪਾਰਟੀ ਦੇ ਆਗੂ ਨੇ ਵੀ ਸੁਪਰੀਮ ਸਿੱਖ ਬੁਲਾਰੇ ਦੇ ਆਗੂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਖੂਬ ਨਾਅਰੇਬਾਜ਼ੀ ਕੀਤੀ ਗਈ ਅਤੇ ਫਿਰ ਉਹ ਹਾਈ ਕਮਿਸ਼ਨ ਦੇ ਦਫ਼ਤਰ ਵੱਲ ਪਹੁੰਚੇ। ਇੱਥੇ ਉਹਨਾਂ ਨੇ ਹਾਈ ਕਮਿਸ਼ਨ ਦੇ ਅਧਿਕਾਰੀ ਪਰਮਜੀਤ ਸਿੰਘ ਅਤੇ CJ ਕੁਮਾਰ ਨੂੰ ਇੱਕ ਮੰਗ ਪੱਤਰ ਸੌਂਪਿਆ। ਅਮਰੀਕਾ 'ਚ ਲਗਾਤਾਰ ਵੱਧ ਰਹੇ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਤੇ ਰੋਕ ਲਗਾਉਣ ਲਈ ਜਲਦ ਹੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਸ਼ੁਰੂ ਕੀਤੀ ਜਾ ਸਕਦੀ ਹੈ। US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ FDA ਨੇ ਵੀਰਵਾਰ ਨੂੰ ਫਾਈਜ਼ਰ ਅਤੇ ਬਾਇਓਟੈਕ COVID-19 ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ। FDO ਦੇ ਇਸ ਪੈਨਲ 'ਚ ਵੈਕਸੀਨ ਸਲਾਹਕਾਰ, ਵਿਗਿਆਨੀ, ਛੂਤ-ਛਾਤ ਰੋਗਾਂ ਦੇ ਡਾਕਟਰ ਤੇ ਸਟੈਟਿਸਟੀਸ਼ੀਅਨ ਸ਼ਾਮਿਲ ਸਨ। ਨਿਊਯਾਰਕ ਟਾਈਮਸ ਮੁਤਾਬਕ ਪੈਨਲ 'ਚ ਇਸ ਗੱਲ ਤੇ ਸਹਿਮਤੀ ਬਣੀ ਕਿ ਵੈਕਸੀਨ ਦਾ 16 ਤੋਂ ਜ਼ਿਆਦਾ ਉਮਰ ਦੇ ਲੋਕਾਂ ਤੇ ਐਮਰਜੈਂਸੀ ਇਸਤੇਮਾਲ ਸ਼ੁਰੂ ਕੀਤਾ ਜਾਵੇ। ਦੱਸ ਦੇਈਏ ਕਿ ਬੁੱਧਵਾਰ ਨੂੰ ਦੇਸ਼ ਵਿੱਚ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ 3000 ਤੋਂ ਵੀ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਸਨ। ਹੁਣ ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਦੀ ਸਥਿਤੀ ਤੇ ਕਾਬੂ ਪਾਇਆ ਜਾ ਸਕੇਗਾ। ਵੀਰਵਾਰ ਨੂੰ 8 ਘੰਟੇ ਦੀ ਸੁਣਵਾਈ ਤੋਂ ਬਾਅਦ FDA ਪੈਨਲ 'ਚ ਮੌਜੂਦ ਮੈਂਬਰਾਂ ਨੇ ਫਾਈਜ਼ਰ ਅਤੇ ਉਸਦੇ ਜਰਮਨ ਸਾਥੀ ਬਾਇਓਐਨਟੇਕ ਵੱਲੋਂ ਵਿਕਸਿਤ ਵੈਕਸੀਨ ਦੀ ਵਰਤੋਂ ਦੇ ਸਮਰਥਨ 'ਚ ਵੋਟ ਪਾਈ। ਹੁਣ ਆਸ ਪ੍ਰਗਟਾਈ ਜਾ ਰਹੀ ਹੈ ਕਿ ਬ੍ਰਿਟੇਨ ਤੋਂ ਬਾਅਦ ਅਮਰੀਕਾ ਵੀ ਫਾਈਜ਼ਰ ਵੈਕਸੀਨ ਦੇ ਟੀਕੇ ਨੂੰ ਜਲਦ ਮਨਜ਼ੂਰੀ ਦੇ ਦੇਵੇਗਾ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਦੇ ਖਿਲਾਫ ਟੈਕਸ ਚੋਰੀ ਦੇ ਮਾਮਲੇ ਵਿੱਚ ਸੰਘੀ ਏਜੰਸੀ ਨੇ ਜਾਂਚ ਤੇਜ਼ ਕਰਦੇ ਹੋਏ ਸੰਮਨ ਜਾਰੀ ਕੀਤੀ। ਜਾਂਚ ਦੀ ਪੁਸ਼ਟੀ ਹੰਟਰ ਨੇ ਖੁਦ ਵੀ ਇੱਕ ਬਿਆਨ ਜਾਰੀ ਕਰਕੇ ਕੀਤੀ ਹੈ। ਸੰਘੀ ਜਾਂਚ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਹੰਟਰ ਖਿਲਾਫ ਜਾਂਚ ਵਿੱਚ ਪੁੱਛਗਿੱਛ ਚੱਲ ਰਹੀ ਹੈ ਅਤੇ ਉਹਨਾਂ ਨੂੰ ਸੰਮਨ ਵੀ ਜਾਰੀ ਕੀਤਾ ਗਿਆ ਹੈ। ਨਿਆਂ ਵਿਭਾਗ ਦੀ ਜਾਂਚ 1 ਸਾਲ ਪਹਿਲਾਂ ਤੋਂ ਚੱਲ ਰਹੀ ਹੈ। ਉਸ ਸਮੇਂ ਤੱਕ ਜੋ ਬਾਈਡਨ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਸਾਹਮਣੇ ਨਹੀਂ ਆਏ। ਜਾਂਚ ਦੇ ਬਾਰੇ ਵਿੱਚ ਜਾਣਕਾਰੀ ਪਹਿਲੇ ਅਮਰੀਕਾ ਦੇ ਡੈਲਾਵੇਅਰ ਸਥਿਤ ਅਟਾਰਨੀ ਦਫ਼ਤਰ ਤੋਂ ਮਿਲੀ। ਜਾਂਚ ਦੇ ਸੰਬੰਧ ਵਿੱਚ ਬੁੱਧਵਾਰ ਨੂੰ ਨਵੇਂ ਚੁਣੇ ਰਾਸ਼ਟਰਪਤੀ ਤੇ ਅਸਥਾਈ ਦਫ਼ਤਰ ਤੋਂ ਹੰਟਰ ਬਾਈਡਨ ਨੇ ਇੱਕ ਬਿਆਨ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਉਹਨਾਂ ਨੂੰ ਇਸ ਜਾਂਚ ਦੇ ਬਾਰੇ ਵਿੱਚ ਜਾਣਕਾਰੀ ਹੈ। ਉਹ ਮਾਮਲੇ ਨੂੰ ਕਾਨੂੰਨੀ ਰੂਪ ਤੋਂ ਬਹੁਤ ਹੀ ਪੇਸ਼ੇਵਰ ਤਰੀਕੇ ਨਾਲ ਦੇਖ ਰਹੇ ਹਨ। ਉਹਨਾਂ ਇਹ ਸਪਸ਼ਟ ਨਹੀਂ ਕੀਤਾ ਕਿ ਕਿਹਨਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੀ ਪਾਰਟੀ ਲੰਬੇ ਸਮੇਂ ਤੋਂ ਇਹ ਦੋਸ਼ ਲਗਾ ਰਹੀ ਹੈ ਕਿ ਹੰਟਰ ਬਾਈਡਨ ਨੇ ਜੋ ਬਾਈਡਨ ਦੇ ਉਪ ਰਾਸ਼ਟਰਪਤੀ ਕਾਰਜਕਾਲ ਵਿੱਚ ਯੂਕਰੇਨ ਦੀ ਇੱਕ ਕੰਪਨੀ ਵਿੱਚ ਆਪਣੇ ਪਿਤਾ ਦੇ ਪ੍ਰਭਾਵ ਦੀ ਵਰਤੋਂ ਕਰਦੇ ਹੋਏ ਲਾਭ ਕਮਾਇਆ ਸੀ। ਨਾਲ ਹੀ ਟੈਕਸ ਵਿੱਚ ਹੇਰਾਫੇਰੀ ਕੀਤੀ ਗਈ ਸੀ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦਾਅਵਾ ਕੀਤਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾ ਸਿਰਫ ਘਰੇਲੂ ਮਾਮਲਿਆਂ ਤੇ ਪੂਰਾ ਕੰਟਰੋਲ ਚਾਹੁੰਦੇ ਹਨ, ਸਗੋਂ ਆਪਣੇ ਦੇਸ਼ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਾਉਣਾ ਚਾਹੁੰਦੇ ਹਨ। ਇਸ ਲਈ ਚੀਨੀ ਨੇਤਾ ਯੋਜਨਾ ਤਹਿਤ ਫੌਜੀ ਤਾਕਤ ਦੇ ਨਾਲ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਪੰਨ-ਤੋੜ ਵੀ ਕਰ ਰਹੇ ਹਨ। ਪੋਂਪੀਓ ਨੇ ਜਾਰਜੀਓ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਇੱਕ ਪ੍ਰੋਗਰਾਮ ਵਿੱਚ ਬੁੱਧਵਾਰ ਨੂੰ ਕਿਹਾ ਕਿ ਜਿਨਪਿੰਗ ਨੇ ਆਪਣੇ ਇਰਾਦਿਆਂ ਨੂੰ ਸਪਸ਼ਟ ਤੌਰ ਤੇ ਜ਼ਾਹਿਰ ਕਰ ਦਿੱਤਾ ਹੈ। ਉਹ ਜੋ ਕੁਝ ਕਹਿੰਦੇ ਹਨ ਉਸ ਨੂੰ ਤੁਹਾਨੂੰ ਸਿਰਫ ਸੁਣਨਾ ਪੈਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ ਤੇ ਪੂਰਾ ਕੰਟਰੋਲ ਚਾਹੁੰਦੇ ਹਨ ਅਤੇ ਚੀਨ ਨੂੰ ਵਿਦੇਸ਼ ਵਿੱਚ ਨੰਬਰ 1 ਤਾਕਤ ਬਣਾਉਣ ਦੇ ਇੱਛੁਕ ਹਨ। ਉਹ ਇਸੇ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਅਮਰੀਕੀ ਵਿਦੇਸ਼ੀ ਮੰਤਰੀ ਅਨੁਸਾਰ ਉਹ ਚੀਨੀ ਫੌਜ ਪੀਪਲਸ ਲਿਬਰੇਸ਼ਨ ਆਰਮੀ ਨੂੰ ਮਜ਼ਬੂਤ ਕਰ ਰਹੇ ਹਨ। ਉਹ ਬੀਜਿੰਗ ਦੇ ਫਾਇਦੇ ਲਈ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਪੰਨ-ਤੋੜ ਵੀ ਕਰ ਰਹੇ ਹਨ। ਉਹ ਦੁਨੀਆ ਭਰ ਵਿੱਚ ਪ੍ਰਭਾਵ ਪਾਉਣ ਵਾਲੀ ਵੱਡੀ ਮੁਹਿੰਮ ਵਿੱਚ ਰੁੱਝੇ ਹੋਏ ਹਨ। 67 ਸਾਲਾਂ ਦੇ ਜਿਨਪਿੰਗ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਨਾਲ ਹੀ ਕੇਂਦਰੀ ਫੌਜੀ ਕਮਿਸ਼ਨ ਦੇ ਚੇਅਰਮੈਨ ਵੀ ਹਨ। ਸਾਲ 2018 ਵਿੱਚ ਚੀਨੀ ਸੰਸਦ ਰਾਹੀਂ ਉਸ ਵਿਵਸਥਾ ਨੂੰ ਖਤਮ ਕਰ ਦਿੱਤਾ ਸੀ ਜਿਸ ਤਹਿਤ ਕੋਈ ਵਿਅਕਤੀ ਸਿਰਫ 2 ਕਾਰਜਕਾਲ ਤੱਕ ਹੀ ਰਾਸ਼ਟਰਪਤੀ ਰਹਿ ਸਕਦਾ ਸੀ। ਇਸ ਵਿਵਸਥਾ ਤੋਂ ਖਤਮ ਹੋਣ ਨਾਲ ਜਿਨਪਿੰਗ ਜੀਵਨ ਭਰ ਰਾਸ਼ਟਰਪਤੀ ਰਹਿ ਸਕਦੇ ਹਨ। ਪੋਂਪੀਓ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਜਾਣਦੀ ਹੈ ਕਿ ਉਹ ਅਮਰੀਕੀ ਰਿਸਰਚ, ਖੋਜ ਅਤੇ ਤਕਨੀਕ ਦੀ ਬਰਾਬਰੀ ਨਹੀਂ ਕਰ ਸਕਦੀ। ਇਸ ਲਈ ਉਸ ਦੀ ਤਕਨੀਕ ਚੋਰੀ ਜਾਂ ਦੂਜੇ ਦੇਸ਼ਾਂ ਤੋਂ ਖਰੀਦ ਤੇ ਆਧਾਰਿਤ ਹੈ।
ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਹੁਣ ਵੇਲਾ ਹੋ ਚੱਲਿਆ ਇੱਕ ਬ੍ਰੇਕ ਦਾ। ਟਰੱਕਾਂ ਵਾਲੇ ਭਰਾਵਾਂ ਲਈ ਖੁਸ਼ਖਬਰੀ। US ਫਿਊਲ ਸਰਵਿਸਿਜ਼ ਵਾਲੇ ਤੁਹਾਡੇ ਟਰੱਕਾਂ ਦੇ ਡੀਜ਼ਲ ਲਈ ਲੈ ਕੇ ਆਏ ਨੇ ਵਿਸ਼ੇਸ਼ ਛੋਟ। ਜੇ ਤੁਸੀਂ ਇਹਨਾਂ ਦਾ ਫਿਊਲ ਕਾਰਡ ਪਾਇਲਟ ਫਲਾਈਂਗ ਟਰੱਕ ਸਟਾਪ ਤੇ ਵਰਤਦੇ ਹੋ ਤੇ ਇਹ ਤੁਹਾਨੂੰ ਦਿਵਾਉਂਦੇ ਨੇ 40 ਤੋਂ 50 ਸੈਂਟ ਪਰ ਗੈਲਨ ਦਾ ਡਿਸਕਾਊਂਟ। ਭੁੱਲੋ ਨਾ, ਅੱਜ ਹੀ ਐਕਸਲ ਫਿਊਲ ਕਾਰਡ ਤੇ 19 ਫਿਊਲ ਨੈਟਵਰਕ ਅਪਲਾਈ ਕਰੋ ਤੇ ਆਪਣੇ ਟਰੱਕਿੰਗ ਬਿਜ਼ਨਸ ਨੂੰ ਫਾਇਦੇਮੰਦ ਬਣਾਓ। US ਫਿਊਲ ਸਰਵਿਸਿਜ਼ ਨੂੰ ਅੱਜ ਹੀ ਕਾਲ ਕਰੋ 916 919 7061 916 919 7061 916 686 6713 916 686 6713। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਖਬਰਾਂ ਦੇ ਬੁਲੇਟਿਨ ਦੇ ਵਿੱਚ। ਅਮਰੀਕਾ ਦੀ ਸਰਕਾਰ ਤੇ ਉਸਦੇ 48 ਸੂਬਿਆਂ ਨੇ ਇਕੱਠੇ ਹੋ ਕੇ ਇੰਟਰਨੈਟ ਮੀਡੀਆ ਦੀ ਦਿੱਗਜ ਕੰਪਨੀ ਫੇਸਬੁੱਕ ਤੇ ਮੁਕੱਦਮੇ ਦਰਜ ਕੀਤੇ ਹਨ। ਫੇਸਬੁੱਕ ਤੇ ਏਕਾਧਿਕਾਰ ਸਮਾਪਤ ਕਰਨ ਤੇ ਛੋਟੀਆਂ-ਛੋਟੀਆਂ ਕੰਪਨੀਆਂ ਨੂੰ ਆਪਣੀ ਗਲਤ ਨੀਤੀ ਨਾਲ ਸਮਾਪਤ ਕਰਨ ਦਾ ਗੰਭੀਰ ਦੋਸ਼ ਹੈ। ਅਮਰੀਕਾ ਦੇ ਫੈਡਰਲ ਟ੍ਰੇਡ ਕਮਿਸ਼ਨ ਤੇ 84 ਸੂਬਿਆਂ ਦੇ ਅਟਾਰਨੀ ਜਨਰਲ ਦੀ ਜਾਂਚ ਸ਼ੁਰੂ ਹੁੰਦੇ ਹੀ ਸਟਾਕ ਐਕਸਚੇਂਜ ਫੇਸਬੁੱਕ ਦੇ ਸ਼ੇਅਰ ਡਿੱਗੇ। ਨਿਊਯਾਰਕ ਦੀ ਅਟਾਰਨੀ ਜਨਰਲ ਲੈਟੇਟੀਆ ਜੇਮਸ ਨੇ ਕਿਹਾ ਕਿ ਫੇਸਬੁੱਕ ਨੇ ਏਕਾਧਿਕਾਰ ਬਣਾਉਣ ਲਈ ਸੋਚੀ ਸਮਝੀ ਰਣਨੀਤੀ ਤੇ ਕੰਮ ਕੀਤਾ ਹੈ। ਪਹਿਲਾਂ ਉਸਨੇ ਤੇਜ਼ੀ ਨਾਲ ਉੱਭਰ ਰਹੇ ਆਪਣੇ ਇੰਸਟਾਗ੍ਰਾਮ ਨੂੰ 2012 'ਚ ਖਰੀਦ ਲਿਆ। ਦਰਜ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਫੇਸਬੁੱਕ ਦਾ ਇਸ ਤਰ੍ਹਾਂ ਦਾ ਵਿਵਹਾਰ ਸਿਹਤ ਲਈ ਨੁਕਸਾਨਦਾਇਕ ਹੋ ਰਿਹਾ ਹੈ ਤੇ ਇਸ ਨਾਲ ਉਪਭੋਗਤਾ ਦੀ ਏਕਾਧਿਕਾਰਵਾਦੀ ਨੀਤੀਆਂ ਚੱਲ ਰਹੀਆਂ ਹਨ ਤੇ ਹੁਣ ਉਹ ਇਸ 'ਚ ਤੇਜ਼ੀ ਆਉਂਦੀ ਜਾ ਰਹੀ ਹੈ। FTC ਦੇ ਬਿਊਰੋ ਆਫ ਕੰਪੀਟੀਸ਼ਨ ਦੇ ਨਿदेशक ਇਆਨ ਕਾਰਨਰ ਨੇ ਕਿਹਾ ਕਿ ਅਮਰੀਕਾ 'ਚ ਇੰਟਰਨੈਟ ਮੀਡੀਆ ਕਰੋੜਾਂ ਲੋਕਾਂ ਦੀ ਰੋਜ਼ਮर्रा ਦਾ ਹਿੱਸਾ ਹੈ। ਇਸ ਕਾਰਵਾਈ ਦੇ ਪਿੱਛੇ ਸਾਡਾ ਟੀਚਾ ਹੈ ਕਿ ਫੇਸਬੁੱਕ ਆਪਣੀਆਂ ਵਿਰੋਧੀ ਨੀਤੀਆਂ ਨੂੰ ਸਮਾਪਤ ਕਰੇ ਜਿਸ ਨਾਲ ਉਪਭੋਗਤਾਵਾਂ ਨੂੰ ਲਾਭ ਹੋ ਸਕੇ। ਭਾਰਤੀ ਅਮਰੀਕੀ ਡੈਮੋਕ੍ਰੈਟਿਕ ਐਮਪੀ ਪ੍ਰਮਿਲਾ ਜੈਪਾਲ ਨੂੰ ਅਮਰੀਕੀ ਸੰਸਦ ਵਿੱਚ ਕਾਂਗਰਸਨਲ ਪ੍ਰੋਗਰੈਸਿਵ ਕਾਕਸ ਦਾ ਪ੍ਰਧਾਨ ਬਣਾਇਆ ਗਿਆ ਹੈ। ਅਮਰੀਕਾ ਵਿੱਚ ਇਹ ਅਹੁਦਾ ਪ੍ਰਭਾਵਸ਼ਾਲੀ ਅਤੇ ਅਨੁਭਵ ਐਮਪੀ ਨੂੰ ਦਿੱਤਾ ਜਾਂਦਾ ਹੈ। ਐਮਪੀ ਦੀ CPC ਰੰਗ-ਭੇਦ, ਜਾਤੀ ਮਾਮਲਿਆਂ, ਗਰੀਬੀ ਹਟਾਉਣ ਅਤੇ ਅਸਮਾਨਤਾ ਵਰਗੇ ਪ੍ਰਮੁੱਖ ਮਾਮਲਿਆਂ ਨੂੰ ਦੇਖਦੀ ਹੈ। ਇਸ ਵਿੱਚ 26 ਐਮਪੀ ਸ਼ਾਮਿਲ ਹੁੰਦੇ ਹਨ। CPC ਵਿੱਚ ਅੱਧੇ ਮੈਂਬਰ ਸਿਆਹ, ਫਾਰਮ ਅਤੇ ਅੱਧੇ ਮੈਂਬਰ ਔਰਤਾਂ ਹੁੰਦੀਆਂ ਹਨ। 55 ਸਾਲ ਦੀ ਪ੍ਰਮਿਲਾ ਜੈਪਾਲ ਲਗਾਤਾਰ ਤੀਜੀ ਵਾਰ ਐਮਪੀ ਚੁਣੀ ਗਈ ਹੈ। ਉਹਨਾਂ ਦਾ ਜਨਮ ਚੇਨਈ ਵਿੱਚ ਹੋਇਆ ਸੀ ਅਤੇ ਉਹ ਵਾਸ਼ਿੰਗਟਨ ਤੋਂ ਐਮਪੀ ਹਨ। CPC ਦਾ ਪ੍ਰਧਾਨ ਚੁਣੇ ਜਾਣ ਪਿੱਛੋਂ ਪ੍ਰਮਿਲਾ ਨੇ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਅਮਰੀਕਾ ਵਿੱਚ ਰੰਗ-ਭੇਦ, ਗਰੀਬੀ ਅਤੇ ਅਸਮਾਨਤਾ ਖਿਲਾਫ ਲੜਾਈ ਨੂੰ ਬਿਹਤਰ ਢੰਗ ਨਾਲ ਲੜਨ ਲਈ ਅੱਗੇ ਵਧਾਂਗੇ ਅਤੇ ਅਮਰੀਕਾ ਨੂੰ ਬਿਹਤਰ ਮਾਹੌਲ ਦੇਵਾਂਗੇ। ਪ੍ਰਮਿਲਾ ਜੈਪਾਲ ਤੋਂ ਇਲਾਵਾ ਭਾਰਤੀ ਮੂਲ ਦੇ ਐਮਪੀ ਰੋਕ ਖੰਨਾ ਨੂੰ ਸੰਸਦ ਵਿੱਚ ਡਿਪਟੀ ਵਿਪ ਚੁਣਿਆ ਗਿਆ ਹੈ। ਬ੍ਰਿਟੇਨ ਅਤੇ ਬਹਿਰੀਨ ਤੋਂ ਬਾਅਦ ਹੁਣ ਕੈਨੇਡਾ ਨੇ ਬੁੱਧਵਾਰ ਨੂੰ 2 ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ 'ਚ ਫਾਈਜ਼ਰ ਇੰਕ ਅਤੇ ਬਾਇਓਐਨਟੇਕ SC ਕੰਪਨੀਆਂ ਸ਼ਾਮਿਲ ਹਨ। ਇਸ ਦੇ ਨਾਲ ਹੀ ਕੈਨੇਡਾ 'ਚ ਅਗਲੇ ਹਫ਼ਤੇ ਤੋਂ ਕੋਰੋਨਾ ਵੈਕਸੀਨ ਲੱਗਣ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਨਾਲ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਰਾਹਤ ਮਿਲੇਗੀ। ਇਸ ਤੋਂ ਬਾਅਦ ਅਮਰੀਕਾ 'ਚ ਵੀ ਕ੍ਰਿਸਮਸ ਤੋਂ ਵੈਕਸੀਨ ਲਗਾਈ ਜਾਣੀ ਸ਼ੁਰੂ ਹੋ ਜਾਵੇਗੀ। ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਤੀਸਰਾ ਦੇਸ਼ ਹੋ ਗਿਆ ਹੈ। ਕੈਨੇਡਾ 'ਚ ਇੱਕ ਅਸਥਾਈ ਦਵਾਈ ਸਮੀਖਿਆ ਪ੍ਰਣਾਲੀ ਹੈ ਜੋ ਅਮਰੀਕੀ ਖਾਦ ਅਤੇ ਔਸ਼ਧੀ ਪ੍ਰਸ਼ਾਸਨ ਦੀ ਐਮਰਜੈਂਸੀ ਉਪਯੋਗ ਅਥਾਰਟੀ ਅਤੇ ਬਰਾਬਰ ਹੈ। ਕੈਨੇਡਾ ਦੇ ਸਿਹਤ ਵਿਭਾਗ ਨੇ ਕਿਹਾ ਕਿ ਸਬੂਤ ਦੇ ਆਧਾਰ ਤੇ ਵੈਕਸੀਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਕਾਫੀ ਸੁਰੱਖਿਅਤ, ਪ੍ਰਭਾਵੀ ਅਤੇ ਚੰਗੀ ਗੁਣਵੱਤਾ ਵਾਲਾ ਵੈਕਸੀਨ ਹੈ। ਵੈਕਸੀਨ ਨੂੰ ਸ਼ੁਰੂ 'ਚ 16 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ 'ਚ ਉਪਯੋਗ ਲਈ ਅਧਿਕਾਰਤ ਕੀਤਾ ਗਿਆ ਹੈ। ਧਿਆਨ ਦੇਣ ਯੋਗ ਹੈ ਕਿ ਫਾਈਜ਼ਰ ਅਤੇ ਬਾਇਓਐਨਟੇਕ ਦੀ ਕੋਰੋਨਾ ਵੈਕਸੀਨ ਨੂੰ ਅਮਰੀਕੀ ਰੈਗੂਲੇਟਰੀ ਨੇ ਪ੍ਰਭਾਵ ਪਾਇਆ ਹੈ। ਅਮਰੀਕੀ ਖਾਦ ਤੇ ਔਸ਼ਧੀ ਪ੍ਰਸ਼ਾਸਨ ਨੇ ਵਿਸ਼ਲੇਸ਼ਣ ਆਨਲਾਈਨ ਪੋਸਟ ਕੀਤੀ ਹੈ ਜਿਸ 'ਚ ਕਿਹਾ ਗਿਆ ਹੈ ਕਿ ਫਾਈਜ਼ਰ ਦੀ ਵੈਕਸੀਨ ਕੋਰੋਨਾ ਵਾਇਰਸ ਸੰਕਰਮਣ ਖਿਲਾਫ ਬਹੁਤ ਸੁਰੱਖਿਅਤ ਅਤੇ ਪ੍ਰਭਾਵੀ ਹੈ। ਵੈਕਸੀਨ ਨੂੰ ਲੈ ਕੇ ਪਹਿਲਾ ਵਿਸਤ੍ਰਿਤ ਵਿਸ਼ਲੇਸ਼ਣ ਹੈ। FDA ਨੇ ਕਿਹਾ ਹੈ ਵਿਸ਼ਲੇਸ਼ਣ ਅਜਿਹੇ ਸਮੇਂ ਪੋਸਟ ਕੀਤਾ ਗਿਆ ਹੈ ਜਦੋਂ ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਫਾਈਜ਼ਰ ਬਾਇਓਐਨਟੇਕ ਦੀ ਵੈਕਸੀਨ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ COVID-19 ਤੋਂ ਬਚਾਅ ਲਈ ਟੀਕਾ ਆਉਣ ਤੇ ਖੁਦ ਲਗਵਾਉਣ ਦੀ ਇੱਛਾ ਰੱਖਦੇ ਹਨ। ਉਹਨਾਂ ਕਿਹਾ ਕਿ ਉਹ ਜਨਤਕ ਤੌਰ ਤੇ ਅਜਿਹਾ ਕਰਨਾ ਚਾਹੁੰਦੇ ਹਨ ਕਿਉਂਕਿ ਇਸ ਦੇ ਲਈ ਟੀਕਾ ਕਰਵਾਉਣਾ ਪੂਰੇ ਭਾਈਚਾਰੇ ਪ੍ਰਤੀ ਨੈਤਿਕ ਫਰਜ਼ ਹੈ। ਗੁਟੇਰੇਸ ਨੇ ਅੱਜ ਕਿਹਾ, ਜਦੋਂ ਵੀ ਟੀਕਾ ਉਪਲਬਧ ਹੋਵੇਗਾ ਤਾਂ ਮੈਂ ਇਸ ਨੂੰ ਲਗਵਾਉਣ ਦੀ ਇੱਛਾ ਰੱਖਦਾ ਹਾਂ, ਚਾਹੇ ਕੋਈ ਵੀ ਸਥਿਤੀ ਹੋਵੇ। ਬੇਸ਼ੱਕ ਜਨਤਕ ਤੌਰ ਤੇ ਟੀਕਾ ਲਗਵਾਉਣ ਵਿੱਚ ਮੈਨੂੰ ਕੋਈ ਔਖ ਨਹੀਂ ਹੋਵੇਗੀ।
71 ਸਾਲ ਦੇ ਗੁਟੇਰਸ ਇੱਥੇ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿੱਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਹਨਾਂ ਕਿਹਾ ਕਿ ਜਦੋਂ ਕੋਵਿਡ-19 ਰੋਕੂ ਟੀਕਾ ਆਇਆ ਤਾਂ ਉਹ ਜਨਤਕ ਤੌਰ ਤੇ ਲਗਵਾਉਣਗੇ। ਉਹਨਾਂ ਕਿਹਾ, ਮੈਂ ਹਰੇਕ ਉਸ ਵਿਅਕਤੀ ਨੂੰ ਉਤਸ਼ਾਹਿਤ ਕਰਦਾ ਹਾਂ ਜਿਸ ਵਿੱਚ ਟੀਕਾ ਲਗਵਾਉਣ ਦੀ ਇੱਛਾ ਹੈ, ਕਿਉਂਕਿ ਇਹ ਇੱਕ ਸੇਵਾ ਹੈ। ਉਹਨਾਂ ਕਿਹਾ, ਸਾਡੇ ਵੱਲੋਂ ਟੀਕਾ ਲਗਵਾਇਆ ਜਾਣਾ ਪੂਰੇ ਭਾਈਚਾਰੇ ਦੀ ਸੇਵਾ ਹੈ, ਕਿਉਂਕਿ ਇਲਾਜ ਹੋਣ ਮਗਰੋਂ ਅਸੀਂ ਕਰੋਨਾ ਅੱਗੇ ਨਹੀਂ ਫੈਲਾ ਸਕਾਂਗੇ। ਇਸ ਲਈ ਟੀਕਾ ਲਗਵਾਉਣਾ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ। ਵਿਸ਼ਵ ਬੈਂਕ ਨੇ ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਵਾਤਾਵਰਣ ਤਬਦੀਲੀ ਸੰਬੰਧੀ ਮੁੱਦਿਆਂ ਨਾਲ ਸਿੱਝਣ ਲਈ 30 ਕਰੋੜ ਅਮਰੀਕੀ ਡਾਲਰ ਦਾ ਕਰਜ਼ਾ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਹ ਰਕਮ ਦੇਸ਼ ਵਿੱਚ ਹੜ੍ਹਾਂ ਵਰਗੇ ਹਾਲਾਤਾਂ ਨੂੰ ਘਟਾਉਣ, ਸਿਹਤ ਸਮੱਸਿਆਵਾਂ ਅਤੇ ਠੋਸ ਕੂੜਾ ਪ੍ਰਬੰਧਨ ਆਦਿ ਜਿਹੇ ਕੰਮਾਂ ਉੱਤੇ ਖਰਚੇ ਜਾਵੇ। ਐਕਸਪ੍ਰੈਸ ਟ੍ਰਿਬਿਊਨ ਵਿੱਚ ਬੈਂਕ ਦੇ ਸਥਾਨਕ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਸਿੰਧ ਦੀ ਰਾਜਧਾਨੀ ਕਰਾਚੀ ਵਿੱਚ ਕੁਦਰਤੀ ਆਫਤਾਂ ਦੇ ਟਾਕਰੇ ਲਈ 20 ਕਰੋੜ ਅਮਰੀਕੀ ਡਾਲਰ ਅਤੇ ਠੋਸ ਕੂੜਾ ਪ੍ਰਬੰਧਨ ਦੇ ਹੋਰ ਪ੍ਰੋਜੈਕਟਾਂ ਲਈ 10 ਕਰੋੜ ਅਮਰੀਕੀ ਡਾਲਰ ਮਨਜ਼ੂਰ ਕੀਤੇ ਗਏ ਹਨ। ਵਿਸ਼ਵ ਬੈਂਕ ਦਾ ਇਸ ਸਹਾਇਤਾ ਪਿੱਛੋਂ ਦੇਸ਼ ਲੋਕਾਂ ਦੀ ਸਿਹਤ ਤੇ ਪਾਕਿਸਤਾਨ ਦੀ ਆਰਥਿਕਤਾ ਨੂੰ ਬਚਾਉਣਾ ਹੈ। ਸੇਵਾ ਮੁਕਤ ਫੌਜੀ ਜਨਰਲ ਲੋਇਡ ਜੈ ਆਸਟਿਨ ਨੂੰ ਪੈਂਟਾਗਨ ਦੀ ਅਗਵਾਈ ਲਈ ਆਪਣੇ ਵੱਲੋਂ ਨਾਮਜ਼ਦ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਜੋ ਬਾਈਡਨ ਨੇ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਰੱਖਿਆ ਮੰਤਰੀ ਬਣਨ ਤੋਂ ਪਹਿਲਾਂ ਫੌਜੀ ਸੇਵਾ ਜੋ ਘੱਟੋ ਘੱਟ 7 ਵਰ੍ਹੇ ਪਹਿਲਾਂ ਸੇਵਾ ਮੁਕਤੀ ਹੋਣ ਦੀ ਕਾਨੂੰਨੀ ਸ਼ਰਤ ਵਿੱਚ ਰਿਆਇਤ ਦਿੱਤੀ ਜਾਵੇ। ਦੱਸਣਯੋਗ ਹੈ ਕਿ ਆਸਟਿਨ 4 ਵਰ੍ਹੇ ਪਹਿਲਾਂ 2016 ਵਿੱਚ ਫੌਜ 'ਚ 41 ਵਰ੍ਹਿਆਂ ਦੀ ਸੇਵਾ ਮਗਰੋਂ ਸੇਵਾ ਮੁਕਤ ਹੋਏ ਹਨ। ਜੇਕਰ ਸੈਨੇਟ ਵੱਲੋਂ ਛੋਟ ਦੇ ਦਿੱਤੀ ਜਾਂਦੀ ਹੈ ਤਾਂ 67 ਵਰ੍ਹਿਆਂ ਦੇ ਫੌਜੀ ਅਧਿਕਾਰੀ ਰੱਖਿਆ ਵਿਭਾਗ ਦੀ ਅਗਵਾਈ ਕਰਨ ਵਾਲੇ ਪਹਿਲੇ ਅਫਰੀਕੀ ਅਮਰੀਕੀ ਬਣ ਜਾਣਗੇ। ਬਾਈਡਨ ਨੇ ਬੁੱਧਵਾਰ ਨੂੰ ਇੱਕ ਸਮਾਗਮ ਮੌਕੇ ਕਿਹਾ, ਕਾਨੂੰਨ ਅਨੁਸਾਰ ਰੱਖਿਆ ਮੰਤਰੀ ਬਣਨ ਤੋਂ ਪਹਿਲਾਂ ਫੌਜੀ ਅਧਿਕਾਰੀ ਨੂੰ 7 ਵਰ੍ਹੇ ਪਹਿਲਾਂ ਨੌਕਰੀ ਛੱਡੀ ਹੋਣੀ ਚਾਹੀਦੀ ਹੈ। ਇਸ ਕਾਨੂੰਨ ਲਈ ਬਹੁਤ ਵਧੀਆ ਤਰਕ ਹਨ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਅਤੇ ਸਤਿਕਾਰ ਕਰਦਾ ਹਾਂ ਅਤੇ ਮੈਂ ਇਸ ਰਿਆਇਤ ਦੀ ਕਦੇ ਵੀ ਮੰਗ ਨਾ ਕਰਦਾ ਜੇਕਰ ਇਹ ਮੈਨੂੰ ਨਾ ਲੱਗਦਾ ਕਿ ਸਾਡਾ ਇਤਿਹਾਸ ਇਸ ਦੀ ਮੰਗ ਨਹੀਂ ਕਰ ਰਿਹਾ ਅਤੇ ਜੇਕਰ ਮੈਨੂੰ ਅਜਿਹਾ ਭਰੋਸਾ ਨਾ ਹੁੰਦਾ ਜੋ ਮੈਨੂੰ ਲੋਇਡ ਆਸਟਿਨ ਵਿੱਚ ਹੈ। ਉਹਨਾਂ ਕਿਹਾ, ਮੈਨੂੰ ਸਾਡੀ ਫੌਜ ਦੇ ਕੰਟਰੋਲ ਦੀ ਅਹਿਮੀਅਤ ਤੇ ਪੂਰਾ ਭਰੋਸਾ ਹੈ। ਫਾਈਜ਼ਰ ਅਤੇ ਬਾਇਓਟੈਕ ਦੇ ਕਰੋਨਾ ਟੀਕੇ ਦੀਆਂ 30,000 ਡੋਜ਼ਾਂ ਆਉਣ ਵਾਲੇ ਕੁਝ ਦਿਨਾਂ 'ਚ ਕੈਨੇਡਾ ਆ ਜਾਣਗੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੀ ਜਾਣਕਾਰੀ ਦਿੱਤੀ। ਟਰੂਡੋ ਨੇ ਕਿਹਾ, ਕਰੋਨਾ ਟੀਕੇ ਦੀਆਂ ਪਹਿਲੀਆਂ 30,000 ਡੋਜ਼ਾਂ ਦੀ ਖੇਪ ਕੁਝ ਹੀ ਦਿਨਾਂ 'ਚ ਕੈਨੇਡਾ ਪਹੁੰਚਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਨੇ ਫਾਈਜ਼ਰ ਅਤੇ ਬਾਇਓਟੈਕ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਕਰੋਨਾ ਟੀਕੇ ਦੀ ਲਾਗਤ ਦੇਖੇਗੀ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰੀ ਕੋਵਿਡ ਟੀਕੇ ਸਣੀ ਟੀਕਿਆਂ ਦੇ ਅਚਾਨਕ ਗਲਤ ਪ੍ਰਭਾਵਾਂ ਨੂੰ ਦੂਰ ਕਰਨ ਲਈ ਇੱਕ ਸੰਘੀ ਵੈਕਸੀਨ ਸਹਾਇਤਾ ਪ੍ਰੋਗਰਾਮ ਬਣਾਏਗੀ। ਟਰੂਡੋ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੈਨੇਡਾ ਨੂੰ ਦਸੰਬਰ ਦੇ ਅਖੀਰ ਤੱਕ ਫਾਈਜ਼ਰ ਦੇ ਕਰੋਨਾ ਟੀਕੇ ਦੀਆਂ 2,49,000 ਡੋਜ਼ ਮਿਲਣ ਦੀ ਉਮੀਦ ਹੈ, ਜਿਸ ਨਾਲ 1,24,500 ਕੈਨੇਡੀਅਨਸ ਦਾ ਇਸ ਸਾਲ ਦੇ ਅਖੀਰ ਤੱਕ ਟੀਕਾਕਰਨ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਮੰਗਲਵਾਰ ਤੱਕ ਕੈਨੇਡਾ ਵਿੱਚ ਕਰੋਨਾ ਵਾਇਰਸ ਦੇ 4,40,000 ਮਾਮਲੇ ਦਰਜ ਹੋ ਚੁੱਕੇ ਹਨ ਅਤੇ ਹੁਣ ਤੱਕ 13,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਪੋਰਟਰ ਕਾਉਂਟੀ, ਇੰਡੀਆਨਾ ਸੂਬੇ ਦੀ ਪੁਲਿਸ ਨੇ ਬੀਤੇ ਦਿਨ ਇੱਕ ਟਰੱਕ ਦੀ ਜਾਂਚ ਦੌਰਾਨ 50 ਕਿਲੋ ਦੇ ਕਰੀਬ ਕੋਕੀਨ ਬਰਾਮਦ ਕੀਤੀ ਹੈ। ਪੁਲਿਸ ਨੂੰ I-94 ਹਾਈਵੇ ਈਸਟ ਬਾਉਂਡ ਦੀ ਸਕੇਲ ਤੇ ਇੱਕ ਟ੍ਰੇਲਰ ਦੀ ਜਾਂਚ ਕਰਨ ਲਈ ਜਦੋਂ ਸੱਦਿਆ ਗਿਆ ਤਾਂ ਉਸ ਵਿੱਚੋਂ ਬਰਾਮਦਗੀ ਹੋਈ ਹੈ, ਜਿਸ ਦਾ ਬਾਜ਼ਾਰੀ ਮੁੱਲ 1.5 ਤੋਂ 2 ਮਿਲੀਅਨ ਡਾਲਰ ਦੇ ਕਰੀਬ ਬਣਦਾ ਹੈ। ਇਹ ਬਰਾਮਦਗੀ ਮਾਡਲ 2016 ਵੋਲਵੋ ਟਰੱਕ ਦੇ ਟ੍ਰੇਲਰ ਦੀ ਜਾਂਚ ਦੌਰਾਨ ਹੋਈ ਹੈ। ਇਸ ਵਿੱਚ ਉਹਨਾਂ ਨੇ 18,000 ਪਾਉਂਡ ਦੇ ਕਰੀਬ ਬਾਰੀਕ ਲਸਣ ਲੱਦਿਆ ਸੀ। ਇਸ ਬਰਾਮਦਗੀ ਦੇ ਸੰਬੰਧ ਵਿੱਚ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ 2 ਪੰਜਾਬੀ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦੋਹਾਂ ਦੀ ਪਛਾਣ ਬਲਜਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਇਸ ਸੰਬੰਧੀ ਪੁਲਿਸ ਹੋਰ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਮਰੀਕੀ ਪੁਲਿਸ ਟਰੱਕ ਡਰਾਈਵਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਫੜ ਚੁੱਕੀ ਹੈ। ਤੇ ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ। ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਮੇਲ USA TV ਚੈਨਲ। ਧੰਨਵਾਦ।